ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀ ਚਲਦੀ ਹੋਈ ਵਿਚਾਰ ਅਨੁਸਾਰ ਅੱਜ 23ਵਾਂ ਭਾਗ ਹੈ। ਜਦ ਪਹਿਲੇ ਪ੍ਰਕਾਸ਼ ਪੁਰਬ ਨਾਲ ਹਰ ਹਿਰਦਾ ਪ੍ਰਕਾਸ਼ਮਈ ਹੋਇਆ। ਭਾਈ ਗੁਰਦਾਸ ਜੀ ਦਾ ਕਥਨ ਹੈ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਆਮਦ ਦੇ ਨਾਲ ਸੰਸਾਰ ਭਰ ਵਿੱਚ ਸਿੱਖ ਧਰਮ ਸੂਰਜ ਵਾਂਗ ਉਦੈ ਹੋਇਆ। ਇਲਾਹੀ ਬਾਣੀ ਦੇ ਨਾਲ ਜਦ ਰਬਾਬ ਦੀਆਂ ਤਰਬਾਂ ਛਿੜੀਆਂ ਤਾਂ ਇਸ ਲੁਕਾਈ ਵਿੱਚ ਤਪਦੇ ਹਿਰਦਿਆਂ ਨੂੰ ਸ਼ਾਂਤੀ ਮਿਲੀ ਤੇ ਅਗਿਆਨਤਾ ਵਿੱਚ ਭਟਕਦੀਆਂ ਹੋਈਆਂ ਸੋਚਾਂ ਨੂੰ ਇੱਕ ਵੱਡਾ ਪ੍ਰਕਾਸ਼ਮਈ ਮਾਰਗ ਮਿਲਿਆ। ਔਰ ਬਾਣੀ ਦੀ ਸ਼ਕਤੀ ਦੇ ਨਾਲ ਠੱਗ ਤੋਂ ਸੱਜਣ ਹੋਏ ਕੌਡਾ ਬਿਰਤੀ ਮਾਨਵ ਬਿਰਤੀ ਬਣੀ। ਨੂਰਸ਼ਾ ਜਾਦੂਗਰਨੀ ਨੂੰ ਪਖੰਡ ਕਰਮ ਦਾ ਅਹਿਸਾਸ ਹੋਇਆ। ਬਦੀ ਦੀਆਂ ਬਿਰਤੀਆਂ ਵਾਲੇ ਬੰਦਗੀ ਵੱਲ ਤੁਰੇ ਤੇ ਕੰਮਚੋਰ ਬਿਰਤੀਆਂ ਵਾਲੇ ਕਿਰਤੀ ਬਣ ਕੇ ਤੇ ਅਕਾਲ ਪੁਰਖ ਦੀ ਕੀਰਤੀ ਕਰਦੇ ਹੋਏ ਇੱਕ ਉਸ ਮਾਰਗ ਤੇ ਚੱਲੇ ਜੋ ਉਹਨਾਂ ਨੂੰ ਲੱਗਿਆ ਕਿ ਸਾਨੂੰ ਸੰਸਾਰ ਦੇ ਵਿੱਚ ਇੱਕ ਨਵਾਂ ਜੀਵਨ ਮਿਲਿਆ ਹੈ। ਔਰ ਕਿਉਂਕਿ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬਾਰੇ ਭਾਈ ਗੁਰਦਾਸ ਜੀ ਦਾ ਹੀ ਅੰਕਿਤ ਹੈ ਕਿ ਗੁਰਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਾਈ। ਇਹ ਸਿੱਧਾਂ ਨੂੰ ਸਤਿਗੁਰਾਂ ਨੇ ਇਹ ਫਰਮਾਇਆ ਸੀ ਕਿ ਬਾਣੀ ਇੱਕ ਐਸੀ ਸ਼ਕਤੀ ਹੈ, ਬਸ ਇਹਦੀ ਓਟ ਹੈ ਤੇ ਸੰਗਤ ਦੀ ਓਟ ਹੈ। ਜਿੰਨੀ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਸੀ, ਜਿਹੜੀ ਆਸਾ ਹੱਥ ਕਿਤਾਬ ਕਛ, ਇਹ ਬਾਣੀ ਸੀਨਾ ਵਸੀਨਾ ਪੰਚਮ ਪਾਤਸ਼ਾਹ ਜੀ ਤੱਕ ਇਕੱਤਰਿਤ ਹੁੰਦੀ ਗਈ। ਔਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜਾ ਇਸ ਬਾਣੀ ਦਾ ਸੰਕਲਨ ਤੇ ਸੰਪਾਦਨ ਰਾਮਸਰ ਸਾਹਿਬ ਵਿਖੇ ਅੰਮ੍ਰਿਤਸਰ ਜਿਹੜਾ ਇਹ ਪੂਰਾ ਕੀਤਾ। ਭਾਈ ਗੁਰਦਾਸ ਜੀ ਲਖਾਰੀ ਸਨ। ਇੱਕ ਲੰਬੇ ਸਮੇਂ ਦੇ ਵਿੱਚ ਆਦ ਬੀੜ ਦਾ ਸੰਪੂਰਨਤਾ ਹੋਈ ਔਰ ਇਸ ਦਾ ਪਹਿਲਾ ਪ੍ਰਕਾਸ਼ ਭਾਦੋਂ ਸੁਦੀ ਪਹਿਲੀ 1604 ਈਸਵੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ। ਕਿਉਂਕਿ ਵਿਦਵਾਨਾਂ ਦਾ ਕਥਨ ਹੈ ਕਿ ਕੋਈ ਮਤ ਕੋਈ ਧਰਮ ਉਦੋਂ ਸਥਾਪਿਤ ਹੁੰਦੀ ਹੈ ਜਦੋਂ ਉਹਦਾ ਕੇਂਦਰੀ ਸਥਾਨ ਹੋਵੇ, ਉਹਦੀ ਵਿਚਾਰਧਾਰਾ ਦਾ ਧਰਮ ਗ੍ਰੰਥ ਹੋਵੇ ਤੇ ਉਹਦੀਆਂ ਮਹਾਨ ਰਵਾਇਤਾਂ ਤੇ ਮਰਿਆਦਾਵਾਂ ਹੋਣ। ਇਹ ਬਖਸ਼ਿਸ਼ ਹੋਈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ ਨੇ ਜਦ ਵਾਕ ਲਿਆ ਤਾਂ ਅਕਸਰ ਸਾਡੀਆਂ ਸੰਗਤਾਂ ਇਹ ਗਾਇਨ ਕਰਦੀਆਂ ਹਨ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇਸ ਪ੍ਰਕਾਸ਼ ਦੇ ਨਾਲ, ਆਦ ਬੀੜ ਦੇ ਪ੍ਰਕਾਸ਼ ਦੇ ਨਾਲ ਇਸ ਧਰਤੀ ਦੇ ਉੱਤੇ ਇੱਕ ਨਵੀਂ ਜਾਗਰਤੀ ਆਈ। ਕਿਉਂਕਿ ਸਤਿਗੁਰਾਂ ਦਾ ਫਰਮਾਨ ਹੈ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਹੇ ਦੁਨੀਆ ਦੇ ਲੋਕੋ, ਇਹ ਜੋ ਮਹਾਨ ਬਖਸ਼ਿਸ਼ ਹੈ, ਧੁਰ ਕੀ ਬਾਣੀ ਹੈ, ਖਸਮ ਕੀ ਬਾਣੀ ਹੈ, ਇਲਾਹੀ ਬਾਣੀ ਹੈ, ਇਹਦਾ ਜੋ ਉਪਦੇਸ਼ ਹੈ, ਕਿਉਂਕਿ ਅਕਾਲੀ ਬਾਣੀ ਹੈ, ਸਮੁੱਚੀ ਮਾਨਵਤਾ ਵਾਸਤੇ ਹੈ। ਕਿਉਂਕਿ ਅਕਾਲ ਪੁਰਖ ਸਭਨਾਂ ਦਾ ਹੈ ਤੇ ਇਹ ਜਿਹੜੀ ਧੁਰ ਕੀ ਬਾਣੀ ਹੈ ਇਹ ਸਮੂਹ ਮਾਨਵਤਾ ਵਾਸਤੇ ਹੈ। ਔਰ ਇਸ ਮਾਨਵਤਾ ਨੂੰ ਇੱਕ ਨਵੀਂ ਕਿਰਨ ਦਿਖਾਈ ਦਿੱਤੀ ਕਿ ਜਿਹਦੇ ਵਿੱਚ ਬਾਣੀ ਦਾ ਜਾਪ ਕਰਿਆ ਔਰ ਇੱਥੇ ਨਮਸਕਾਰ ਕੀਤਿਆਂ ਜਦੋਂ ਸੰਗਤ ਜੁੜਦੀ ਹੈ ਤਾਂ ਸਹਿਜ ਭਾਵੀ ਹੈ ਕਿ ਉਹਨਾਂ ਨੂੰ ਇੱਕ ਨਿਆਰਾਪਣ ਮਹਿਸੂਸ ਹੁੰਦਾ ਹੈ ਔਰ ਆਪਣਾਪਣ ਮਹਿਸੂਸ ਹੁੰਦਾ ਹੈ। ਔਰ ਇਸ ਬਾਣੀ ਦੀ ਸ਼ਕਤੀ, ਕਿਉਂਕਿ ਸਤਿਗੁਰਾਂ ਨੇ ਫਰਮਾਇਆ ਹੈ ਕਿ ਪੋਥੀ ਪਰਮੇਸ਼ਰ ਕਾ ਥਾਨ, ਕਿ ਜਿਹੜੀ ਇਹ ਪੋਥੀ ਹੈ, ਜਿਹੜਾ ਬਾਣੀ ਦਾ ਵਜੂਦ ਹੈ, ਇਹ ਭਾਈ ਪਰਮੇਸ਼ਰ ਨੂੰ ਮਿਲਣ ਦਾ ਸਥਾਨ ਹੈ। ਔਰ ਜਿਸ ਨੇ ਵੀ ਪਰਮੇਸ਼ਰ ਨਾਲ ਗੱਲਾਂ ਕਰਨੀਆਂ ਉਹ ਇਸ ਬਾਣੀ ਦਾ ਜਾਪ ਕਰੇਗਾ। ਇਸੇ ਸੰਦਰਭ ਵਿੱਚ ਹੀ ਇੱਕ ਬਹੁਤ ਮਹਾਨ ਕਵਿਤ ਜਿਹੜਾ ਉਹ ਭਾਈ ਗੁਰਦਾਸ ਜੀ ਨੇ ਰਚਿਤ ਕੀਤਾ ਕਿ ਬਾਣੀ ਦੀ ਸ਼ਕਤੀ ਕੀ ਹੈ। ਔਰ ਭਾਈ ਗੁਰਦਾਸ ਜੀ ਫਰਮਾਉਂਦੇ ਹਨ, ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੈ, ਹੰਸ ਮਰਜੀਵਾ ਨਿਸ਼ਚੈ ਪ੍ਰਸਾਦ ਪਾਵਈ। ਹੇ ਭਾਈ, ਜਿਵੇਂ ਸਮੁੰਦਰ ਦੇ ਵਿੱਚ ਹੀਰੇ ਰਤਨ ਜਵਾਹਰ ਤੇ ਕੀਮਤੀ ਵਸਤਾਂ ਹੁੰਦੀਆਂ ਹਨ, ਪਰ ਜਿਹੜੀ ਕੋਈ ਹੰਸ ਬਿਰਤੀ ਹੈ ਉਹੀ ਇਹਦੇ ਵਿੱਚੋਂ ਖੋਜ ਕਰਕੇ ਪ੍ਰਾਪਤ ਕਰਦੀ ਹੈ। ਜੈਸੇ ਪਰਬਤ ਵਿਖੇ
ਹੀਰਾ ਮਾਣਕ ਪਾਰਸ ਸਿੱਧ ਖਨਵਾਰਾ ਖਨ ਜਗ ਵਿਖੇ ਪ੍ਰਗਟਾਵੇ। ਜਿਵੇਂ ਪਹਾੜਾਂ ਦੇ ਵਿੱਚ ਪਰਬਤਾਂ ਦੇ ਵਿੱਚ ਹੀਰੇ ਪਾਰਸ ਤੇ ਹਨ, ਪਰ ਜਿਹੜਾ ਖੋਜ ਰੱਖਦਾ ਹੈ ਕੋਈ ਖਨਵਾਰਾ, ਉਹੀ ਖੋਜ ਕਰਕੇ ਜਗਤ ਦੇ ਸਾਹਮਣੇ ਪੇਸ਼ ਕਰ ਸਕਦਾ ਹੈ। ਜੈਸੇ ਬਨ ਵਿਖੇ ਮਲਿਆਗਰ ਸੌਦਾ ਕਪੂਰ ਸੋਧ ਕੇ ਸੁਬਾਸੀ ਸੁਬਾਸ ਮਹਿਕਾਵੇ। ਜਿਵੇਂ ਵਣਾਂ ਦੇ ਵਿੱਚ ਚੰਦਨ ਦੇ ਬਿਰਖ ਵੀ ਹੁੰਦੇ ਹਨ, ਅਤਰ ਕਪੂਰ ਵੀ ਪ੍ਰਾਪਤ ਕੀਤੀ ਜਾਂਦੀ ਹੈ, ਪਰ ਜਿਹਨੂੰ ਸੁਬਾਸ ਚੰਗੀ ਵਾਸ ਦੀ ਸਮਝ ਹੈ, ਜਿਹਨੂੰ ਗਾਂਧੀ ਸ਼ਬਦ ਜਿਹਦੇ ਲਈ ਵਰਤਿਆ ਜਾਂਦਾ ਹੈ, ਕਿ ਉਹ ਜਿਹੜਾ ਖੋਜੀ ਹੈ ਉਹੋ ਹੀ ਇਸ ਬਾਸ ਨੂੰ, ਇਸ ਕਪੂਰ ਨੂੰ, ਇਤਰ ਨੂੰ ਜੱਗ ਦੇ ਸਾਹਮਣੇ ਮਹਿਕਾ ਸਕਦਾ ਹੈ, ਲੋਕਾਂ ਨੂੰ ਪ੍ਰਦਾਨ ਕਰ ਸਕਦਾ ਹੈ। ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵੇ। ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਸਕਲ ਪਦਾਰਥ ਹੈ, ਪਰ ਜਿਸ ਤਰ੍ਹਾਂ ਦੀ ਕੋਈ ਖੋਜ ਕਰਦਾ ਹੈ, ਜਿਵੇਂ ਜਿਵੇਂ ਕੋਈ ਖੋਜ ਕਰਦਾ ਹੈ, ਇਵੇਂ ਖੋਜ ਦੇ ਨਾਲ ਜਗਤ ਦੇ ਸਾਹਮਣੇ, ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਜਾ ਸਕਦਾ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਕਿਉਂਕਿ ਬਾਣੀ ਦੇ ਵਿੱਚ ਹਰ ਖੋਜੀ ਦੀ ਇੱਕ ਆਪਣੀ ਬਿਰਤੀ ਹੈ। ਕੋਈ ਰਾਗ ਕਲਾ ਦਾ ਗਿਆਤਾ ਹੈ, ਉਹਨੂੰ ਰਾਗਾਂ ਦੀ ਸਮਝ ਆਉਂਦੀ ਹੈ। ਕੋਈ ਤਾਲ ਕਲਾ ਦਾ ਗਿਆਤਾ ਹੈ, ਕੋਈ ਕਾਵ ਕਲਾ ਬਾਰੇ ਜਾਣਨਾ ਚਾਹੁੰਦਾ ਹੈ। ਕੋਈ ਵੱਖ-ਵੱਖ ਭਾਸ਼ਾਵਾਂ ਦਾ ਗਿਆਨ ਰੱਖਦਾ ਹੈ ਤੇ ਇਹਦੇ ਵਿੱਚੋਂ ਭਾਸ਼ਾ ਖੋਜਦਾ ਹੈ। ਕੋਈ ਰੂਹਾਨੀਅਤ ਮੰਡਲ ਵਾਲੇ ਰੂਹਾਨੀ ਰਮਜ਼ਾਂ ਨੂੰ ਸਮਝਦੇ ਹਨ, ਬ੍ਰਹਮ ਦੇ ਗਾਤਾ, ਬ੍ਰਹਮ ਗਿਆਨੀ ਬ੍ਰਹਮਤਾ ਦੀ ਖੋਜ ਕਰਦੇ ਹਨ। ਆਤਮਿਕ ਸ਼ਾਂਤੀ ਲਈ ਬੰਦਾ ਬਾਣੀ ਦਾ ਜਾਪ ਕਰਦਾ ਹੈ, ਤਾਂ ਇਹਦੇ ਵਜੂਦ ਵੱਖ-ਵੱਖ ਹਨ। ਕੋਈ ਵੱਖ-ਵੱਖ ਪ੍ਰਾਂਤਾਂ ਦੀ ਬੋਲੀ ਬਾਣੀ ਦੇ ਵਿੱਚੋਂ, ਕਿਉਂਕਿ ਭਗਤਾਂ ਭੱਟਾਂ ਦੀ ਬਾਣੀ ਚੋਂ ਕੋਈ ਆਪਣੇ ਭਾਵ ਅਰਥ ਸਮਝਣੇ ਚਾਹੁੰਦਾ ਹੈ ਤੇ ਉਹ ਖੋਜ ਕਰਦਾ ਹੈ। ਕਿਉਂਕਿ ਜਦੋਂ ਪਹਿਲਾ ਪ੍ਰਕਾਸ਼ ਹੋਇਆ ਉਸ ਸਮੇਂ 35 ਮਹਾਂਪੁਰਖਾਂ ਦੀ ਬਾਣੀ ਸੀ। ਪਹਿਲੇ 5 ਗੁਰੂ ਸਾਹਿਬਾਨ ਜੀ, 11 ਭੱਟ, 15 ਭਗਤ ਤੇ 4 ਗੁਰਸਿੱਖ। ਤਾਂ ਜਿਹੜੀ 9ਵੇਂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਹੈ, ਇਹ 10ਵੇਂ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਵਿਖੇ ਬਾਅਦ ਵਿੱਚ ਅੰਕਿਤ ਕੀਤੀ ਸੀ। ਇਸ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਦਿ ਬੀੜ ਦਾ ਜਦੋਂ ਪ੍ਰਕਾਸ਼ ਹੋਇਆ ਤਾਂ ਇਸ ਸੰਸਾਰ ਨੂੰ ਇੱਕ ਨਵਾਂ ਸੁਨੇਹਾ ਮਿਲਿਆ। ਕਿਉਂਕਿ ਜਿਹੜੀ ਸਾਡੀ ਗੁਰਮੁਖੀ ਆ ਜਾਂ ਸਾਡੀ ਪੰਜਾਬੀ ਭਾਸ਼ਾ, ਇਹਦਾ ਜਿਹੜਾ ਵੱਡਾ ਸਤਿਕਾਰ ਹੈ ਇਹ ਸਤਿਗੁਰਾਂ ਦੀ ਬਖਸ਼ਿਸ਼ ਦੇ ਸਦਕਾ ਹੈ। ਕਿਉਂਕਿ ਹਿੰਦੁਸਤਾਨ ਦੀ ਸੰਸਕ੍ਰਿਤੀ ਦੇ ਵਿੱਚ ਜਿਹੜੀ ਦੈਵੀ ਭਾਸ਼ਾ ਹੈ ਉਹ ਜਾਂ ਸੰਸਕ੍ਰਿਤ ਸੀ ਜਾਂ ਅਰਬੀ ਨੂੰ ਮੰਨਿਆ ਜਾਂਦਾ ਸੀ, ਪਰ ਸਤਿਗੁਰਾਂ ਨੇ ਇਹ ਰਹਿਮਤ ਬਖਸ਼ਿਸ਼ ਕੀਤੀ ਕਿ ਇੱਕ ਭਾਸ਼ਾ ਨੂੰ ਵੀ ਮਾਣ ਦਿੱਤਾ ਹੈ। ਔਰ ਖਾਸ ਕਰਕੇ ਕੋਈ ਗ੍ਰੰਥ ਪੜ੍ਹਨ ਵੀ ਲਈ ਵੀ ਵੰਸ਼ ਪ੍ਰਣਾਲੀ ਹੁੰਦੀ ਸੀ, ਇੱਕ ਵਿਸ਼ੇਸ਼ ਅਧਿਕਾਰ ਸੀ ਜਿਹੜਾ ਸਤਿਗੁਰਾਂ ਨੇ ਸਭਨਾਂ ਸਾਨੂੰ ਇਹ ਬਖਸ਼ਿਸ਼ਮਈ ਦਿੱਤਾ ਕਿ ਅਸੀਂ ਪਾਠ ਕਰ ਸਕਦੇ ਹਾਂ, ਅਸੀਂ ਨਿਤਨੇਮ ਕਰ ਸਕਦੇ ਹਾਂ, ਅਸੀਂ ਬਾਣੀ ਦਾ ਜਾਪ ਕਰ ਸਕਦੇ ਹਾਂ। ਤਾਂ ਇਹ ਜਿਹੜਾ ਪ੍ਰਕਾਸ਼ ਹੈ, ਪ੍ਰਕਾਸ਼ ਦੇ ਨਾਲ ਇਹ ਸੰਸਾਰ ਤੇ ਸਾਡੇ ਹਿਰਦੇ, ਸਾਡੀਆਂ ਸੋਚਾਂ ਪ੍ਰਕਾਸ਼ਮਈ ਹੋਈਆਂ। ਸਤਿਗੁਰੂ ਰਹਿਮਤ ਕਰਨ ਕਿ ਅਸੀਂ ਸਮੂਹ ਆਵਾਮ ਬਾਣੀ ਦਾ ਜਾਪ ਕਰੀਏ, ਬਾਣੀ ਨੂੰ ਹਿਰਦੇ 'ਚ ਵਸਾਈਏ, ਤਾਂ ਕਿ ਸਾਡੀ ਸੋਚ, ਸਾਡੀਆਂ ਵਿਚਾਰਾਂ, ਅਸੀਂ ਜੀਵਨ ਸਾਡਾ ਪ੍ਰਕਾਸ਼ਮਈ ਹੋਏਗਾ ਤੇ ਸਾਡੀ ਸੰਸਾਰ ਦੀ ਯਾਤਰਾ ਸਫਲ ਹੋਏਗੀ, ਚੜ੍ਹਦੀ ਕਲਾ ਵਾਲਾ ਸੁਭਾਅ ਹੋਏਗਾ। ਔਰ ਇਹ ਬਾਣੀ ਦੇ ਪ੍ਰਕਾਸ਼ ਨਾਲ ਆਪਣੇ ਆਪ ਨੂੰ ਪ੍ਰਕਾਸ਼ਮਈ ਕਰਨਾ, ਇਹ ਸਤਿਗੁਰਾਂ ਦੀ ਬਖਸ਼ਿਸ਼ ਦੇ ਪਾਤਰ ਬਣਨਾ ਹੀ ਜੀਵਨ ਦੀ ਸਫਲਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।